ਹਾਈ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਐਂਡ ਚੰਗੀਆਂ ਚੰਗੀਆਂ ਚੀਜ਼ਾਂ ਕਰਨ ਦੇ ਬਾਰੇ ਸੋਚ ਰਹੇ ਹੋਵੋਗੇ। ਸੋ ਅੱਜ ਦੀ ਸਿਚੁਏਸ਼ਨ ਜੋ ਹੈਗੀ ਉਹ ਪਹਿਲਾਂ ਵੀ ਕਈ ਵਾਰ ਆਈ ਹੈ, ਸੋ ਆਈ ਥੌਟ ਆਫ ਮੇਕਿੰਗ ਅ ਵੀਡੀਓ ਔਨ ਦਿਸ। ਸੋ ਜਿਵੇਂ ਕਿ ਟਾਈਟਲ ਤੋਂ ਤੁਸੀਂ ਸਮਝ ਸਕਦੇ ਹੋ ਵੀ ਅੱਜ ਆਪਾਂ ਗੱਲ ਕਰਾਂਗੇ ਕਰੀਅਰ ਬਾਰੇ, ਕਿ ਕਰੀਅਰ ਸਵਿਚ ਕਿਵੇਂ ਕਰਨਾ। ਸੋ ਮੈਨੂੰ ਕੁਐਸਚਨ ਆਇਆ ਸੀਗਾ, ਕੀ ਹੁੰਦਾ ਨਾ ਕਿ ਮੇਜਰਲੀ ਇਹ ਪ੍ਰੋਬਲਮ ਕਈ ਲੋਕਾਂ ਨਾਲ ਆ ਰਹੀ ਹੈ ਦੈਟ ਦੇ ਆਰ ਮੂਵਿੰਗ ਟੂ ਅਨਦਰ ਕੰਟਰੀ। ਜਿਵੇਂ ਪੰਜਾਬ ਚੋਂ ਬਾਹਰ ਚਲੇ ਗਏ ਆਪਾਂ ਕਿਸੇ ਵੀ ਕੰਟਰੀ 'ਚ, ਉੱਥੇ ਜਾ ਕੇ ਇੱਕ ਵਾਰੀ ਆਪਦੀ ਫਾਈਨੈਂਸ਼ੀਅਲ ਸਟੇਬਿਲਿਟੀ ਵਾਸਤੇ ਆਪਾਂ ਕੋਈ ਵੀ ਜੌਬ ਕਰਨੀ ਸਟਾਰਟ ਕੀਤੀ। ਉਹ ਜੌਬ ਕਰਨ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਨਵੀਂ ਜੌਬ ਪਿਕ ਕਰ ਲਈ, ਸੋ ਦੈਟ ਜੋ ਵੀ ਆਪਦਾ ਫਾਈਨੈਂਸ਼ੀਅਲ ਹੈਗਾ ਇੱਕ ਵਾਰੀ ਆਪਾਂ ਉਹ ਸਟੇਬਲ ਕਰ ਲਈਏ। ਤੇ ਉਹ ਕਰਦੇ ਕਰਦੇ ਹੁਣ ਹੋ ਗਏ ਆ 2-3 ਸਾਲ ਜਾਂ ਉਸ ਤੋਂ ਵੱਧ ਟਾਈਮ ਹੋ ਗਿਆ। ਐਂਡ ਦੈਨ ਯੂ ਰਿਅਲਾਈਜ਼ ਕਿ ਯਾਰ ਬਸ ਠੀਕ ਆ, ਹੁਣ ਮੈਂ ਜਿੰਨੇ ਪੈਸੇ ਥੋੜ੍ਹੇ ਬਹੁਤ ਜੋੜਨੇ ਸੀਗੇ ਉਹ ਜੋੜ ਲਿਆ, ਜਾਂ ਫਿਰ ਹਾਲੇ ਜੋੜ ਰਿਹਾ ਹੋਰ। ਬਟ ਯੂ ਹੈਵ ਰਿਅਲਾਈਜ਼ਡ ਕਿ ਤੁਸੀਂ ਫੁੱਲ ਟਾਈਮ ਇਹ ਚੀਜ਼ ਨਹੀਂ ਕਰਨੀ। ਇਹ ਇੰਡੀਆ 'ਚ ਵੀ ਅਪਲਾਈ ਹੋ ਸਕਦੀ ਹੈ। ਮੰਨ ਲਓ ਤੁਸੀਂ ਕੋਈ ਹੋਰ ਜੌਬ ਕਰ ਰਹੇ ਹੋ, ਕਾਲਜ ਵਿੱਚ ਹੈਗੇ ਹੋ, ਯੂ ਆਰ ਜਸਟ ਡੂਇੰਗ ਅ ਜੌਬ ਸੋ ਦੈਟ ਤੁਸੀਂ ਆਪਦੇ ਸਰਵਾਈਵਲ ਲਈ ਖਰਚੇ ਵਰਚੇ ਪੂਰੇ ਕਰ ਲਓ। ਐਂਡ ਉਸ ਤੋਂ ਬਾਅਦ ਬਟ ਯੂ ਆਰ ਸ਼ੋਰ ਕਿ ਤੁਹਾਨੂੰ ਇਹ ਕੰਮ ਕਰਨਾ ਨਹੀਂਗਾ, ਇਹ ਬਸ ਤੁਸੀਂ ਕਰ ਰਹੇ ਹੋ ਪੈਸਿਆਂ ਲਈ। ਸੋ ਇੱਥੇ ਆਪਾਂ ਪੁਆਇੰਟਸ ਜਿਹੜੇ ਕੰਸੀਡਰੇਸ਼ਨ ਵਿੱਚ ਲੈ ਕੇ ਚੱਲਾਂਗੇ ਉਹ ਇਹ ਆ, ਪਹਿਲਾ ਕਿ ਸਰਟੇਨ ਲੈਵਲ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਤੁਸੀਂ ਅਚੀਵ ਕਰ ਚੁੱਕੇ ਹੋ, ਥੋੜ੍ਹੇ ਬਹੁਤ ਪੈਸੇ ਤੁਸੀਂ ਜੋੜ ਚੁੱਕੇ ਹੋ, ਠੀਕ ਹੈ। ਦੂਸਰਾ ਕਿ ਤੁਸੀਂ ਦੋ ਜੌਬ ਕਰ ਰਹੇ ਹੋ, ਇੱਕ ਜੌਬ ਕਰ ਰਹੇ ਹੋ, ਤੁਹਾਡੇ ਕੋਲ ਟਾਈਮ ਹੈ ਨਹੀਂ ਬਹੁਤ ਜ਼ਿਆਦਾ। ਯੂ ਵਾਂਟ ਟੂ ਚੇਂਜ ਅ ਕਰੀਅਰ, ਯੂ ਵਾਂਟ ਟੂ ਸਵਿਚ ਅ ਕਰੀਅਰ, ਬਟ ਹਾਲੇ ਤੱਕ ਤੁਸੀਂ ਟਾਈਮ ਮੈਨੇਜ ਨਹੀਂ ਕਰ ਪਾ ਰਹੇ ਹੋ। ਵੱਧ ਤੋਂ ਵੱਧ ਤੁਹਾਡੇ ਤੋਂ 2-3 ਘੰਟੇ ਨਿਕਲ ਪਾਉਂਦੇ ਆ, 4 ਘੰਟੇ, ਉਹ ਵੀ ਖਿੱਚ ਕੇ। ਇਸ ਤੋਂ ਇਲਾਵਾ ਤੁਹਾਨੂੰ ਸੌਣ 'ਤੇ ਟਾਈਮ ਲੱਗ ਜਾਂਦਾ, ਜਾਂ ਫਿਰ ਤੁਸੀਂ ਆਪਦਾ ਖਾਂਦੇ ਪੀਂਦੇ ਹੋ, ਜੋ ਬਾਕੀ ਚੀਜ਼ਾਂ ਕਰਦੇ ਹੋ। ਐਂਡ ਤੀਜਾ ਜੋ ਆਪਾਂ ਨੂੰ ਲੈ ਕੇ ਚੱਲਣਾ ਪਊਗਾ ਕਿ ਤੁਹਾਨੂੰ ਹਾਲੇ ਕੁਝ ਖਾਸਾ ਕਲੂ ਵੀ ਹੈ ਨਹੀਂ ਕਿ ਤੁਸੀਂ ਐਗਜ਼ੈਕਟਲੀ ਕੀ ਕਰਨਾ। ਇਟ ਜਸਟ ਤੁਹਾਨੂੰ ਇੰਨਾ ਪਤਾ ਵੀ ਇਹ ਜੌਬ ਤਾਂ ਮੈਂ ਨਹੀਂ ਕਰਨੀ, ਕੁਝ ਹੋਰ ਕਰਨਾ, ਆਪਦੇ ਲਈ ਕਰਨਾ, ਰਾਈਟ। ਸੋ ਹੁਣ ਆਪਾਂ ਡਿਸਕਸ ਕਰਾਂਗੇ ਕਿ ਸਟਾਰਟ ਕਿੱਥੋਂ ਕਰਨਾ। ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਆਪਦੇ ਬਾਰੇ ਦੱਸ। ਕਾਫੀ ਹੱਦ ਤੱਕ ਮੈਂ ਕਰੀਅਰ ਚੇਂਜ ਕਰ ਚੁੱਕੀ ਹਾਂ। ਆਈ ਵਰਕਡ ਇਨ ਅ ਸਟਾਰਟਅਪ, ਦੈਨ ਮੈਨੂੰ ਉੱਥੇ ਰਿਅਲਾਈਜ਼ ਹੋਇਆ ਕਿ ਨਹੀਂ, ਮੇਰੇ ਲਈ ਫਿਗਰ ਆਊਟ ਨਹੀਂ ਹੋ ਰਿਹਾ। ਦੈਨ ਆਈ ਸਟਾਰਟਡ ਡੂਇੰਗ ਸਮਥਿੰਗ ਐਲਸ, ਆਈ ਵਰਕਡ ਸਮਵੇਅਰ ਐਲਸ। ਫਿਰ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਨਹੀਂ ਹੋ ਰਿਹਾ। ਐਂਡ ਇਨ ਐਵਰੀ ਸਿੰਗਲ ਜੌਬ ਆਈ ਵਾਜ਼ ਜਸਟ ਸੇਵਿੰਗ ਮਨੀ। ਜੋ ਵੀ ਮੇਰੀ ਥੋੜ੍ਹੀ ਬਹੁਤ ਸੈਲਰੀ ਹੁੰਦੀ ਸੀ, ਦ ਲਾਸਟ ਜੌਬ ਆਈ ਸਵਿਚ ਵਾਜ਼ ਲਾਈਕ ਰਿਸਰਚ ਐਸੋਸੀਏਟ, ਆਈ ਵਾਜ਼ ਵਰਕਿੰਗ ਐਜ਼ ਅ ਕੰਸਲਟੈਂਟ। ਬਹੁਤ ਸਹੀ ਜੌਬ ਸੀਗੀ ਉਹ ਮੇਰੀ। ਫਰੋਮ ਦੈਟ ਮੈਨੂੰ 2 ਮਹੀਨੇ 'ਚ ਰਿਅਲਾਈਜ਼ ਹੋ ਗਿਆ ਸੀ ਕਿ ਮੈਂ ਇੱਥੇ ਨਹੀਂ ਟਿਕ ਸਕਦੀ, ਬਟ ਸੈਲਰੀ ਵਾਜ਼ ਵੈਰੀ 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 ਗੁੱਡ। ਆਈ ਵਾਜ਼ ਲਾਈਕ ਕੋਈ ਚੱਕਰ ਨਹੀਂ, ਆਪਾਂ ਇੱਕ ਸਾਲ ਇਹਨੂੰ ਥੋੜ੍ਹਾ ਇੱਥੇ ਕੰਮ ਕਰਾਂਗੇ, ਪੈਸੇ ਵੈਸੇ ਜੋੜਾਂਗੇ, ਫਿਰ ਦੇਖਦੇ ਹਾਂ ਫਿਰ ਕੀ ਕਰਨਾ। ਐਂਡ ਇਨ ਜੌਬ ਆਈ ਹੈਡ ਜਸਟ 2-3 ਆਰਸ ਜਾਂ 4 ਆਰਸ ਮੇਰੇ ਕੋਲ ਵੱਧ ਤੋਂ ਵੱਧ ਹੁੰਦੇ ਸੀ ਕਿ ਅਗਰ ਮੈਂ ਕੁਝ ਐਕਸਟਰਾ ਕੰਮ ਕਰ ਸਕਦੀ ਹਾਂ। ਉਹ ਵੀ ਮੈਂ ਖਿੱਚ ਕੇ ਕੱਢੇ ਸੀਗੇ, ਬਿਕਾਜ਼ ਮਾਈ ਸ਼ਿਫਟ ਵਾਜ਼ ਫॉर ਲਾਈਕ 10 ਆਰਸ ਐਂਡ ਸਟ੍ਰੈਸਡ ਜੌਬ ਸੀਗੀ ਮੇਰੀ। ਸੋ ਆਈ ਵਾਜ਼ ਲਾਈਕ ਓਕੇ, ਕੁਛ ਨਾ ਕੁਛ ਕਰਦੇ ਹਾਂ। ਦੈਨ ਆਈ ਸਟਾਰਟਡ ਐਕਸਪੈਰੀਮੈਂਟਿੰਗ ਵਿਦ ਸੋਸ਼ਲ ਮੀਡੀਆ, ਐਂਡ ਉਸ ਤੋਂ ਬਾਅਦ ਮੈਂ ਆਪਦੀਆਂ ਚੀਜ਼ਾਂ ਸਟੈਬਲਿਸ਼ ਕੀਤੀਆਂ। ਨਾਓ ਆਮ ਸਟੱਡਿੰਗ ਐਜ਼ ਵੈਲ, ਐਂਡ ਮੈਂ ਹੁਣ ਆਹ ਚੀਜ਼ ਕਰ ਰਹੀ ਹਾਂ, ਬਟ ਇਹਦੇ ਨਾਲ ਹੀ ਮੈਂ ਕੁਛ ਹੋਰ ਕਰ ਰਹੀ ਹਾਂ। ਸੋ ਦੇਰ ਇਜ਼ ਦਿਸ ਵਨ ਥਿੰਗ ਵਿਦ ਮੀ ਦੈਟ ਆਈ ਡੂ ਫਿਊ ਥਿੰਗਸ ਫॉर ਸਮ ਟਾਈਮ, ਐਂਡ ਫਿਰ ਪਤਾ ਨਹੀਂ ਕਿਉਂ ਮੈਨੂੰ ਰਿਅਲਾਈਜ਼ ਹੋਣ ਲੱਗ ਜਾਂਦਾ ਕਿ ਇਹ ਨਹੀਂ ਕਰਨਾ ਯਾਰ, ਕੁਛ ਹੋਰ ਕਰਨਾ। ਬਿਕਾਜ਼ ਐਂਡ ਇਟਸ ਅ ਗੁੱਡ ਥਿੰਗ, ਬਿਕਾਜ਼ ਆਮ ਯੰਗ, ਆਈ ਹੈਵ ਟਾਈਮ, ਪੈਸੇ ਵੈਸੇ ਦੀ ਸਟੇਬਿਲਿਟੀ ਥੋੜ੍ਹੀ ਬਹੁਤ ਮੈਂ ਕਰ ਲਈ ਆ। ਫੈਮਿਲੀ ਦੀ ਤਰਫ ਮੇਰੀ ਕੋਈ ਬਹੁਤ ਵੱਡੀ ਰਿਸਪੋਂਸਿਬਿਲਿਟੀਜ਼ ਹੈ ਨਹੀਂ ਆ, ਗਿਵਨ ਦੈਟ ਆਈ ਹੈਵ ਸਮ ਸੌਰਟ ਆਫ ਪ੍ਰਿਵਿਲੇਜ, ਕਿਉਂਕਿ ਮੇਰੀ ਫੈਮਿਲੀ ਸਟੇਬਲ ਹੈਗੀ ਆ। ਸੋ ਮੇ ਬੀ ਇਟ ਕੈਨ ਬੀ ਇਨ ਯੋਰ ਕੇਸ, ਨਾਟ ਇਨ ਯੋਰ ਕੇਸ, ਆਈ ਡੋਂਟ ਨੋ, ਰਾਈਟ। ਸੋ ਪਹਿਲਾ ਸਟੈਪ ਆਪਾਂ ਇੱਥੋਂ ਲਵਾਂਗੇ ਦੈਟ ਯੂ ਹੈਵ ਟੂ ਫਿਗਰ ਆਊਟ ਵਟ ਯੂ ਵਾਂਟ ਟੂ ਡੂ। ਹੁਣ ਤੱਕ ਆਪਾਂ ਨੂੰ ਇੰਨਾ ਪਤਾ ਕਿ ਆਪਾਂ ਕਰਨਾ ਕੀ ਆ, ਬਟ ਆਪਾਂ ਨੂੰ ਕਲੀਅਰਲੀ ਇਹ ਨਹੀਂ ਪਤਾ ਕਿ ਆਪਾਂ ਐਗਜ਼ੈਕਟਲੀ ਕੀ ਕਰਨਾ, ਹੈ ਨਾ। ਹੁਣ ਇੱਥੇ 2 ਕੇਸਿਸ ਬਣਦੇ ਆ। ਆਈਦਰ ਤੁਹਾਨੂੰ ਪਤਾ ਵੀ ਠੀਕ ਆ ਮੈਂ ਕੀ ਕਰਨਾ, ਮਤਲਬ ਐਗਜ਼ੈਕਟਲੀ ਪਤਾ, ਬਟ ਨਾਟ ਇਨ ਐਗਜ਼ੈਕਟ ਕਿ ਐਗਜ਼ੈਕਟਲੀ ਇਹਦੇ ਵਿੱਚ ਕੀ ਚੀਜ਼ਾਂ ਕਰ ਰਹੀਆਂ। ਇੱਕ ਹੈਗਾ ਕਿ ਤੁਹਾਨੂੰ ਕੋਈ ਆਈਡੀਆ ਨਹੀਂ, ਬਸ ਤੁਹਾਨੂੰ ਇੰਨਾ ਪਤਾ ਮੈਂ ਚੇਂਜ ਕਰਨਾ। ਸੋ ਅਗਰ ਤੁਹਾਨੂੰ ਆਈਡੀਆ ਹੈਗਾ ਥੋੜ੍ਹਾ ਬਹੁਤ ਕਿ ਯਾਰ ਇਸ ਕਰੀਅਰ 'ਚ ਮੈਂ ਸਵਿਚ ਕਰ ਸਕਦਾ, ਇਹ ਚੀਜ਼ 'ਚ ਮੈਂ ਵਧੀਆ, ਕਿਸੇ ਨੂੰ ਆਪਦਾ ਟੈਲੈਂਟ ਪਤਾ ਹੁੰਦਾ ਤਾਂ ਉਹ ਡਿਸਾਈਡ ਕਰ ਲੈਂਦਾ। ਸੋ ਇਨ ਦੈਟ ਕੇਸ ਡੂ ਅ ਗੁੱਡ ਰਿਸਰਚ। ਜੋ 1-2 ਘੰਟੇ ਤੁਹਾਨੂੰ ਮਿਲਦੇ ਆ ਨਾ, ਉਹਦੇ ਵਿੱਚ ਰਿਸਰਚ ਕਰੋ। ਰਿਸਰਚ ਤੁਸੀਂ ਕੀ ਕਰੋਗੇ, ਉਹੋ ਜਿਹੇ ਹੋਰ ਲੋਕਾਂ ਨੂੰ ਦੇਖੋਗੇ ਵੀ ਯਾਰ ਇਸ ਫੀਲਡ 'ਚ ਲੋਕ ਕੀ ਕੰਮ ਕਰ ਰਹੇ, ਕੀ ਐਕਸਪੈਰੀਮੈਂਟਸ ਕਰ ਰਹੇ ਆ। ਲੋਕਾਂ ਨੂੰ ਸੁਣੋ, ਇੱਕ ਆਪਦਾ ਪਰਸਪੈਕਟਿਵ ਪਾਸੇ ਰੱਖ ਕੇ ਕਿ ਮੈਂ ਇਸ ਬਾਰੇ ਕੀ ਸੋਚਦਾ। ਜਸਟ ਲਿਸਨ ਟੂ ਪੀਪਲ, ਯੂ ਆਰ ਅ ਪਲੇਨ ਕੈਨਵਸ, ਉਹਦੇ 'ਤੇ ਰੱਖ ਕੇ। ਦੈਨ ਯੂ ਸਟਾਰਟ ਮੇਕਿੰਗ ਅ ਲਿਸਟ ਆਫ, ਕੀਪ ਅ ਡਾਇਰੀ ਵਿਦ ਯੂ ਆਲ ਦਾ ਟਾਈਮ, ਕਿਉਂਕਿ ਤੁਹਾਡਾ ਮਾਈਂਡ ਹਰ ਟਾਈਮ ਚੱਲ ਰਿਹਾ। ਮੇਕ ਅ ਲਿਸਟ ਆਫ ਥਿੰਗਸ, ਸਕਿੱਲ ਸੈਟਸ ਜੋ ਉਸ ਚੀਜ਼ 'ਚ ਚਾਹੀਦੇ ਆ। ਯੂ ਕੈਨ ਲਰਨ ਦੈਟ। ਡਿਪੈਂਡ ਕਰਦਾ ਕਿ ਤੁਸੀਂ ਅਗਰ ਕਿਸੇ ਐਗਜ਼ਾਮ ਲਈ ਕਰਨ ਦਾ ਸੋਚ, ਲਾਈਕ ਤੁਸੀਂ ਜੌਬ ਕਰ ਰਹੇ ਹੋ ਦੈਨ ਯੂ ਵਾਂਟ ਟੂ ਗੈਟ ਇਨ ਟੂ ਗਵਰਨਮੈਂਟ ਜੌਬ, ਸੋ ਐਗਜ਼ਾਮ ਕਰਨਾ। ਸੋ ਨਾਓ ਯੂ ਹੈਵ ਟੂ ਸੀ ਕਿ ਤੁਹਾਨੂੰ ਕਿਹੜੀ ਚੀਜ਼ਾਂ ਕਵਰ ਕਰਨੀਆਂ, ਕਿੰਨੇ ਟਾਈਮ 'ਚ ਉਹ ਐਗਜ਼ਾਮ ਦਿੱਤਾ ਜਾ ਸਕਦਾ ਹੈ। ਕੋਈ ਵੀ ਕਰੀਅਰ ਜੋ ਤੁਸੀਂ ਪਰਸਿਊ ਕਰਨਾ ਚਾਹੁੰਦੇ ਹੋ, ਵੀ ਮੈਂ ਕਿੰਨੇ ਟਾਈਮ ਤੱਕ ਇੱਕ ਬੈਸਟ ਵਰਜ਼ਨ ਉਹਦਾ ਬਣ ਸਕਦਾ, ਰਾਈਟ। ਨਾਓ ਯੂ ਹੈਵ ਟੂ ਸੀ ਕਿ ਸਿਰਫ ਨੌਲੇਜ ਕਲੈਕਟ ਨਹੀਂ ਕਰਨੀ ਹੈਗੀ। ਮੈਨੂੰ
ਆਪਦੀ ਬਿਗਨਿੰਗ ਵੀ ਦੇਖਣੀ ਪਊਗੀ ਵੀ ਮੈਂ ਸਟਾਰਟ ਕਿੱਥੋਂ ਕਰਨਾ, ਕਿਉਂਕਿ ਬਹੁਤ ਵਾਰੀ ਕੀ ਹੁੰਦਾ ਨਾ ਆਪਾਂ ਸਿਰਫ ਕੰਜ਼ਿਊਮ ਕਰਦੇ ਰਹਿ ਜਾਂਦੇ ਹਾਂ ਬਟ ਆਪਾਂ ਸਟੈਪ ਨਹੀਂ ਲੈਣਾ ਸਟਾਰਟ ਕਰਦੇ। ਸੋ ਹੈਵ ਸਮ ਸੌਰਟ ਆਫ ਨੌਲੇਜ ਐਂਡ ਦੈਨ ਸਟਾਰਟ ਡੂਇੰਗ ਦਾ ਵਰਕ, ਕਿਉਂਕਿ ਤੁਸੀਂ ਜਿੰਨਾ ਕੁਛ ਐਕਸਪੈਰੀਮੈਂਟ ਕਰਕੇ ਸਿੱਖੋਗੇ, ਫੇਲ ਹੋ ਕੇ ਸਿੱਖੋਗੇ, ਉਹ ਤੁਹਾਡੇ ਲਈ ਬੈਟਰ ਹੋਊਗਾ। ਸੋ ਪਹਿਲਾਂ ਤੁਹਾਡਾ ਗੋਲ ਇਹ ਬਣਾਉਣਾ ਕਿ ਵੱਧ ਤੋਂ ਵੱਧ ਜਿੰਨਾ ਤੁਸੀਂ ਫੇਲ ਹੋ ਸਕਦੇ ਹੋ ਕਿਸੇ ਵੀ ਚੀਜ਼ 'ਚ, ਵੱਧ ਤੋਂ ਵੱਧ ਓਨਾ ਜ਼ਿਆਦਾ ਫੇਲ ਹੋਣ ਦੀ ਕੋਸ਼ਿਸ਼ ਕਰੋ। ਆਪਾਂ ਪਹਿਲਾਂ ਤੋਂ ਹੀ ਉਵੇਂ ਨਹੀਂ ਲੈ ਕੇ ਚੱਲਣਾ ਕਿ ਮੈਂ ਪਹਿਲੀ ਵਾਰੀ 'ਚ ਹੀ ਸਾਰਾ ਕੁਛ ਐਂ ਸੈਟਲ ਕਰ ਦੇਣਾ, ਨਹੀਂ। ਦੈਨ ਯੂ ਸੀ ਹਾਊ ਮਚ ਮਨੀ ਯੂ ਨੀਡ ਟੂ ਸਸਟੇਨ, ਕਿਉਂਕਿ ਲਾਈਕ ਜਦੋਂ ਮੈਂ ਜੋਬ ਸਵਿਚ ਕੀਤੀ ਸੀ ਆਈ ਵਾਜ਼ ਲਾਈਕ ਠੀਕ ਹੈ 1 ਸਾਲ ਮੈਂ ਸੋਸ਼ਲ ਮੀਡੀਆ ਟਰਾਈ ਕਰਕੇ ਦੇਖੂੰਗੀ ਐਂਡ ਆਈ ਮੇਡ ਇਨਫ ਸੇਵਿੰਗਸ ਫॉर दैट, क्योंकि I don't do any ad promotions, brand collaboration, nothing. I don't do anything. And YouTube have just started me paying. Like मेरी हाले first वो भी नहीं आया because I was careless. क्योंकि ਮੈਨੂੰ ਪਤਾ ਸੀ ਮੈਂ YouTube ਪੈਸੇ ਲਈ ਨਹੀਂ ਸਟਾਰਟ ਕਰ ਰਹੀ ਹਾਂ। ਸੋ ਮੈਂ ਬਹੁਤ ਟਾਈਮ ਤੱਕ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ 'ਚ ਪੈਸੇ ਆ ਰਹੇ ਆ, ਕਿੰਨੇ ਆ ਰਹੇ ਆ, ਮੈਨੂੰ ਕੀ ਪ੍ਰੋਸੈਸ ਕਰਨਾ ਪੈਂਦਾ। ਆਈ ਵਾਜ਼ ਟੂ ਲੇਟ ਫॉर ਦ ਪ੍ਰੋਸੈਸ ਐਂਡ ਉਹ ਹਾਲੇ ਵੀ ਚੱਲ ਰਹੀ ਹੈ ਨਾ। ਮੈਨੂੰ ਆਲਸ ਇਹ ਹੈਗਾ ਕਿ ਆਮ ਲਾਈਕ ਲਿਟਰਲੀ ਨਾਟ ਗੋਇੰਗ ਟੂ ਦ ਬੈਂਕ ਐਂਡ ask them कि मेरी पेमेंट हाल तक क्यों नहीं आई। every day I get the email कि you have to go to the bank and I'm not doing it anyways, right? now you see कि ਤੁਸੀਂ ਆਪਦੇ ਕੰਮ ਦੇ ਨਾਲ ਕੋਈ ਕੋਰਸ, ਕੋਈ ਸਰਟੀਫਿਕੇਸ਼ਨ ਕੁਛ ਵੀ ਪਰਸਿਊ ਕਰ ਸਕਦੇ ਹੋ ਜੋ ਕਿ ਤੁਹਾਨੂੰ ਐਲੀਜੀਬਲ ਕਰੇ ਐਟਲੀਸਟ। ਫॉर एग्जांपल ਲਾਈਕ ਲੈਟਸ ਸੇ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਯੋਗਾ ਇੰਸਟ੍ਰਕਟਰ ਬਣਨਾ, ਲੈਟਸ ਸੇ ਇੱਕ ਐਗਜ਼ਾਮਪਲ। ਨਾਓ ਯੂ ਸੀ ਵਾਟ ਆਰ ਦਾ ਕੋਰਸਿਸ ਯੂ ਕੈਨ ਡੂ, ਕਿਉਂਕਿ ਕੋਰਸਿਸ ਦੇ ਸਰਟੀਫਿਕੇਸ਼ਨ ਜਦੋਂ ਤੁਹਾਨੂੰ ਆ ਗਏ ਨਾ, ਤੁਹਾਨੂੰ ਪਤਾ ਤੁਹਾਡੇ ਕੋਲ ਥੋੜ੍ਹੀ ਬਹੁਤ ਨੌਲੇਜ ਹੈਗੀ ਬਟ ਐਟਲੀਸਟ ਯੂ ਕੈਨ ਗੈਟ ਦਾ ਸਰਟੀਫਿਕੇਸ਼ਨ। ਨੋ ਸਰਟੀਫਿਕੇਸ਼ਨ ਆ ਗਿਆ ਤਾਂ ਜਦੋਂ ਤੁਸੀਂ ਲੋਕਾਂ ਨੂੰ ਟ੍ਰੇਨ ਕਰਨਾ ਸਟਾਰਟ ਕਰੋਗੇ ਤਾਂ ਬੈਕਗਰਾਊਂਡ 'ਚ ਤੁਹਾਡੇ ਕੋਲ ਸਰਟੀਫਿਕੇਸ਼ਨ ਤਾਂ ਹੋਊਗਾ। ਇੱਕ ਵਾਰੀ ਕਰ ਲਓ, ਬਹੁਤ ਜ਼ਿਆਦਾ ਅਗਰ ਇਨਵੈਸਟਮੈਂਟ ਨਹੀਂ ਲੱਗ ਰਹੀ ਹੈ, ਥੋੜ੍ਹੇ ਬਹੁਤ ਆਪਦੇ ਖਰਚੇ ਘਟਾ ਕੇ ਅਗਰ ਤੁਸੀਂ ਉਹ ਸਰਟੀਫਿਕੇਸ਼ਨ ਕਰ ਲਓਗੇ ਤਾਂ ਇਟਸ ਗੁੱਡ ਬਿਕਾਜ਼ ਟਾਈਮ ਇਨ ਐਨੀ ਵੇ ਇਜ਼ ਗੋਇੰਗ ਟੂ ਪਾਸ। ਟਾਈਮ ਤਾਂ ਟੱਪ ਹੀ ਜਾਊਗਾ। ਲਾਈਕ ਆਈ ਡਿਡ ਅ ਸਰਟੀਫਿਕੇਸ਼ਨ ਆਫ ਲਾਈਫ ਕੋਚ, ਹਾਲਾਂਕਿ ਮੈਨੂੰ ਕੋਈ ਸ਼ੋਰਿਟੀ ਨਹੀਂ ਸੀ ਮੈਂ ਕਰਨਾ ਨਹੀਂ ਕਰਨਾ ਬਟ ਆਈ ਡਿਡ ਇਟ ਬਿਕਾਜ਼ ਆਈ ਵਾਜ਼ ਲਾਈਕ ਠੀਕ ਆ ਮੈਂ ਇਸ ਫੀਲਡ 'ਚ ਕੰਮ ਕਰ ਹੀ ਰਹੀ ਹਾਂ, ਸੋ ਆਈ ਸ਼ੁੱਡ ਹੈਵ ਦੈਟ। अब ਪਤਾ ਨਹੀਂ ਅੱਗੇ ਮੈਂ ਯੂਜ਼ ਕਰੂੰਗੀ ਕਿ ਨਹੀਂ ਐਂਡ ਟਾਈਮ ਇਜ਼ ਐਨੀ ਵੇ ਗੋਇੰਗ ਟੂ ਪਾਸ, ਤਾਂ ਉਹ ਕਰ ਲਓ ਤਾਂ ਉਹ ਬੈਟਰ ਰਹੂਗਾ। ਸੋ ਫਾਈਂਡ ਆਊਟ ਸਰਟੀਫਿਕੇਸ਼ਨਸ ਵਟ ਯੂ ਕੈਨ ਡੂ। ਨਾ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਲਾਈਕ ਕਿ ਮੈਂ ਸਟਾਰਟ ਕਿੱਥੋਂ ਕਰਨਾ ਹੈ, ਮੈਂ ਐਗਜ਼ੈਕਟਲੀ ਕਰਨਾ ਕੀ ਹੈ। ਯੂ ਹੈਵ ਟੂ ਮੇਕ ਅ ਲਿਸਟ ਆਫ ਥਿੰਗਸ ਵਿਚ ਯੂ ਆਰ ਗੁੱਡ ਐਟ। ਤੁਹਾਨੂੰ ਲੱਗਦਾ ਵੀ ਇਹ ਮੈਂ ਚੀਜ਼ਾਂ ਥੋੜ੍ਹੀ ਠੀਕ ਕਰ ਸਕਦੇ ਹਾਂ। ਹੁਣ ਪ੍ਰੋਬਲਮ ਇਹ ਆਉਂਦੀ ਆ ਵੈਨ ਆਈ ਵਾਜ਼ 2021 ਆਈ ਲਿਟਰਲੀ ਹੈਡ ਦਿਸ ਥਿੰਗ ਕਿ ਭਾਈ ਸਾਰਿਆਂ 'ਚ ਰੱਬ ਨੇ ਇੱਕ ਟੈਲੈਂਟ ਪਾਇਆ ਬਟ ਉਹ ਟੈਲੈਂਟ ਸ਼ਾਇਦ ਮੇਰੇ 'ਚ ਮਿਸਿੰਗ ਹੈਗਾ ਬਿਕਾਜ਼ ਆਈ ਡੋਂਟ ਹੈਵ ਐਨੀਥਿੰਗ ਜਿਹਦੇ 'ਤੇ ਮੈਂ ਹੱਥ ਲਾ ਕੇ ਕਹਿਦਾ ਕਿ ਯਾਰ ਆਹ ਚੀਜ਼ ਮੈਨੂੰ ਆਉਂਦੀ ਆ। ਮੈਨੂੰ ਸਾਰੀਆਂ ਚੀਜ਼ਾਂ ਥੋੜ੍ਹੀ ਆਉਂਦੀਆਂ ਜਾਂ ਮੈਨੂੰ ਕੁਛ ਨਹੀਂ ਆਉਂਦਾ। ਆਈ ਵਾਜ਼ ਦੈਟ ਸੌਰਟ ਆਫ ਪਰਸਨ, ਹੈ ਨਾ। ਤਾਂ ਹੋ ਸਕਦਾ ਬਹੁਤ ਲੋਕ ਇਹਦੇ ਨਾਲ ਰਿਲੇਟ ਕਰ ਪਾਉਣ, ਭਾਈ ਮੇਰੇ 'ਚ ਹੈ ਹੀ ਨਹੀਂ, ਕੋਈ ਟੈਲੈਂਟ ਹੀ ਹੈ ਨਹੀਂ ਗਾ। ਸੋ ਇਟਸ ਨਾਟ ਲਾਈਕ ਦੈਟ ਕਿ ਤੁਹਾਡੇ 'ਚ ਟੈਲੈਂਟ ਹੈ ਨਹੀਂ। ਆਈ ਕੈਨ ਅਸ਼ਿਓਰ ਯੂ ਦੈਟ ਬਿਕਾਜ਼ ਮੈਨੂੰ ਇਹ ਲੱਗਦਾ ਸੀ ਬਟ ਇਟਸ ਨਾਟ ਲਾਈਕ ਦੈਟ। ਆਈ ਕੈਨ ਅਸ਼ਿਓਰ ਯੂ ਕਿ ਇਹੋ ਜਿਹੀ ਕੋਈ ਚੀਜ਼ ਹੈ ਨਹੀਂ। ਯੂ ਵਿਲ ਫਿਗਰ ਇਟ ਆਊਟ ਬਟ ਉਹ ਫਿਗਰ ਆਊਟ ਕਰਨ ਦਾ ਤੁਹਾਨੂੰ ਰਸਤਾ ਨਹੀਂ ਪਤਾ। ਉਹ ਪਤਾ ਕਿਵੇਂ ਫਿਗਰ ਆਊਟ ਹੁੰਦਾ? ਬਹੁਤ ਸਾਰੇ ਲੋਕਾਂ ਨੂੰ ਆਪਦਾ ਟੈਲੈਂਟ ਪਤਾ ਕਿਉਂ ਪਤਾ ਹੁੰਦਾ? ਬਿਕਾਜ਼ ਦੇ ਹੈਵ ਟਰਾਈਡ 10 ਥਿੰਗਸ। ਉਹ 10 ਚੀਜ਼ਾਂ 'ਚੋਂ ਉਹਨਾਂ ਨੂੰ 3 ਚੀਜ਼ਾਂ ਪਤਾ। ਹੋ ਸਕਦਾ ਉਹਨਾਂ ਦੀ ਪੈਰੈਂਟਿੰਗ ਇਹੋ ਜਿਹੀ ਹੋਈ ਹੁੰਦੀ ਹੈ, ਉਹਨਾਂ ਦਾ ਬਚਪਨ ਵੀ ਜ਼ਿਆਦਾਤਰ ਲੋਕਾਂ ਦਾ ਇਹੋ ਜਿਹਾ ਹੁੰਦਾ ਕਿ ਉਹਨਾਂ ਦੇ ਪੈਰੈਂਟਸ ਉਹਨਾਂ ਨੂੰ ਬਹੁਤ ਪੁਸ਼ ਕਰਦੇ ਆ ਵੀ ਕਰ ਤੂੰ, ਉਹ ਵੀ ਕਰ, ਸਾਰੀਆਂ ਚੀਜ਼ਾਂ ਕਰੋ। ਦੈਨ ਦੇ ਰਿਅਲਾਈਜ਼ ਕਿ ਓਕੇ ਫੁੱਟਬਾਲ ਇਜ਼ ਦ ਥਿੰਗ ਆਈ ਵਾਂਟ ਟੂ ਡੂ, ਜਾਂ ਇਹੋ ਜਿਹੀ ਇਹ ਸਕਿੱਲ ਮੈਨੂੰ ਜ਼ਿਆਦਾ ਵਧੀਆ ਲੱਗਦੀ, ਮਾਰਸ਼ਲ ਆਰਟਸ ਮੈਨੂੰ ਜ਼ਿਆਦਾ ਵਧੀਆ ਲੱਗਦਾ। ਬਟ ਇਨ ਆਰ ਕੇਸਿਸ ਮੇਰੇ ਘਰੇ ਫੋਰ ਐਗਜ਼ਾਮਪਲ ਭਾਈ ਪੜ੍ਹਾਈ 'ਤੇ ਹੀ ਵੱਧ ਸੀਗਾ, ਉਸ ਤੋਂ ਇਲਾਵਾ ਮੈਂ ਕੋਈ ਹੋਰ ਚੀਜ਼ਾਂ ਹੀ ਨਹੀਂ ਟਰਾਈ ਕੀਤੀਆਂ। ਮੇ ਬੀ ਆਈ ਐਮ ਗੁੱਡ ਐਟ ਫੁੱਟਬਾਲ ਬਟ ਦ ਪ੍ਰੋਬਲਮ ਇਜ਼ ਮੈਂ ਅੱਜ ਤੱਕ ਕਦੇ ਫੁੱਟਬਾਲ ਟੱਚ ਵੀ ਨਹੀਂ ਕਰੀ। ਸੋ ਯੂ ਨੈਵਰ ਨੋ ਨਾ ਕਿ ਹੋ ਸਕਦਾ ਤੁਸੀਂ ਉਹ ਚੀਜ਼ ਹਾਲੇ ਤੱਕ ਉੱਥੇ ਪਹੁੰਚੀ ਹੀ ਨਹੀਂ ਹੋ ਜਿਹੜੀ ਚੀਜ਼ ਤੁਸੀਂ ਵਧੀਆ। ਸੋ ਫॉर दैट ਯੂ ਹੈਵ ਟੂ ਮੇਕ ਅ ਲਿਸਟ ਆਫ ਥਿੰਗਸ ਜਿਹਦਾ ਥੋੜ੍ਹਾ ਤੁਹਾਨੂੰ ਆਈਡੀਆ ਹੈਗਾ ਕਿ ਇਹ ਮੈਂ ਚੀਜ਼ਾਂ ਮਤਲਬ ਕਰਨਾ ਚਾਹੁੰਦੀ ਹਾਂ। ਇੱਕ ਮੈਂ ਵੀਡੀਓ ਪਾਈ ਸੀ ਜਿੱਥੇ ਯੂ ਕੈਨ ਅੰਡਰਸਟੈਂਡ ਕਿ ਵਾਟਸ ਕਾਈਂਡ ਆਫ ਪਰਸਨੈਲਿਟੀ ਯੂ ਆਰ ਔਰ ਤੁਹਾਡੀ ਕਿਹੜੀਆਂ ਸਟਰੋਂਗ ਚੀਜ਼ਾਂ ਹੋ ਸਕਦੀਆਂ। ਇੱਕ ਵੀਡੀਓ ਹੋਊਗੀ ਵੇਅਰ ਯੂ ਹੈਵ ਟੂ ਡੂ ਦਿਸ ਐਕਟੀਵਿਟੀ ਕਿ ਪਿਕ ਅਪ 5 ਪੀਪਲ ਯੂ ਲਾਈਕ, ਯੂ ਅਡੋਰ ਦਾ ਮੋਸਟ, ਮਤਲਬ ਥੋੜ੍ਹੇ ਵੱਡੇ ਐਵੇਂ ਰੋਲ ਮਾਡਲ ਟਾਈਪਸ, ਐਂਡ ਉਹਨਾਂ 'ਤੇ ਰਿਸਰਚ ਕਰੋ ਕਿ ਉਹ ਕਿਹੜੇ ਫੀਲਡ 'ਚ ਕੰਮ ਕਰ ਰਹੇ, ਕੀ ਉਹਨਾਂ ਦੀ ਸਕਿੱਲਸ ਆ, ਕਿਹੜੀ ਚੀਜ਼ਾਂ 'ਚੋਂ ਵਧੀਆ। ਜਿਹੜਾ ਉਹਨਾਂ ਦਾ ਟੋਟਲ ਸਮ ਆਊਗਾ, ਜਿਹੜੀ ਚੀਜ਼ਾਂ ਵਾਰ ਕਿਤੇ ਕਾਮਨ ਆ ਰਹੀਆਂ ਹੋਣਗੀਆਂ ਨਾ, ਹਾਈ ਚਾਂਸਿਸ ਦੈਟ ਯੂ ਆਲਸੋ ਵਾਂਟ ਟੂ ਪਰਸਿਊ ਦੋਜ਼ ਥਿੰਗਸ। ਇੱਕ ਵਾਰ ਟਰਾਈ ਕਰਕੇ ਦੇਖ ਲਿਓ। ਮੇਕ ਅ ਲਿਸਟ ਆਫ ਥਿੰਗਸ ਵਿਚ ਯੂ ਆਰ ਸਲਾਈਟ ਗੁੱਡ ਐਟ ਔਰ ਮੇਕ ਅ ਲਿਸਟ ਆਫ ਥਿੰਗਸ ਵਿਚ ਯੂ ਆਰ ਅਨਕੰਫਰਟੇਬਲ ਵਿਦ, ਜੋ ਤੁਹਾਨੂੰ ਡਰਾਉਂਦੀਆਂ ਚੀਜ਼ਾਂ। ਬਿਕਾਜ਼ ਦਿਸ ਇਜ਼ ਵਾਟ ਆਈ ਹੈਵ ਲਰਨਡ ਇਨ ਮਾਈ ਲਾਈਫ ਦੈਟ ਜਿਹੜੀਆਂ ਚੀਜ਼ਾਂ ਤੁਹਾਨੂੰ ਵੱਧ ਅਨਕੰਫਰਟੇਬਲ ਕਰਦੀਆਂ ਨੇ ਯਾਰ, ਤੁਹਾਡਾ ਸਾਰਾ ਕੁਛ ਉੱਥੇ ਹੀ ਲੁਕਿਆ ਹੁੰਦਾ, ਸਭ ਕੁਛ ਉੱਥੇ ਹੁੰਦਾ। ਸੋ ਫਸਟ ਇੱਕ ਆਪਾਂ ਪਹਿਲੇ ਵੀਕ 'ਚ ਆਪਦੇ ਆਪ 'ਤੇ ਪ੍ਰੋਪਰ ਰਿਸਰਚ ਕਰਨੀ ਹੈ ਕਿ ਕੋਈ ਵੀ ਚੀਜ਼ਾਂ ਆਪਾਂ ਕਰਦੇ ਹਾਂ ਬਿਕਾਜ਼ 2025 'ਚ ਕਮ ਬੈਕ ਕਰਨਾ ਪਊਗਾ ਤੁਹਾਨੂੰ। ਕਿ ਤੁਸੀਂ ਕਿੰਨੇ ਮਰਜ਼ੀ ਆਪਦੇ ਆਪ ਨੂੰ ਬਹਾਨੇ ਲਾ ਦਿਓ ਕਰਾਂਗੇ, ਠੀਕ ਹੈ ਹੌਲੀ ਚੱਲਦੇ ਆ, ਟਾਈਮ ਐਂ ਹੀ ਲੰਘ ਜਾਊਗਾ। ਇਹ ਸਾਲ ਲੰਘ ਹੀ ਜਾਊਗਾ, ਤੁਸੀਂ ਐਂ ਹੀ ਬੈਠੇ ਰਹਿ ਜਾਓਗੇ। ਸੋ ਪਲੀਜ਼ ਡੂ ਇਟ, ਠੀਕ ਹੈ। ਐਂਡ
ਇੱਕ ਹੋਰ ਪ੍ਰੋਬਲਮ, ਜਿਹੜੇ ਲੋਕ ਐਵੇਂ ਦੇ ਸੋਚਦੇ ਕਿ ਮੈਨੂੰ ਕੁਛ ਨਹੀਂ ਆਉਂਦਾ ਜਾਂ ਮੈਨੂੰ ਕੁਛ ਪਤਾ ਨਹੀਂ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ, ਯੂ ਹੈਵ ਟੂ ਪੁੱਟ ਦ ਟਾਈਮ ਲਿਮਿਟ ਕਿ ਇਹ 30 ਡੇਜ਼ 'ਚ ਮੈਂ ਕੀ ਕਰ ਸਕਦਾ। ਕਿਉਂਕਿ ਇੱਕ ਤਾਂ ਜਿਹਨਾਂ ਨੂੰ ਪਤਾ ਵੀ ਮੈਂ ਕੀ ਚੀਜ਼ ਕਰਨੀ ਆ, ਉਹਦੇ 'ਤੇ ਸਟੱਡੀ ਕਰਨਾ ਸਟਾਰਟ ਕਰ ਚੁੱਕੇ ਆ। ਇਨ ਯੋਰ ਕੇਸ ਯੂ ਡੋਂਟ ਨੋ, ਸੋ ਯੂ ਹੈਵ ਟੂ ਸੀ ਕਿ ਇਹ 30 ਡੇਜ਼ 'ਚ ਮੈਂ ਕੀ ਕਰ ਸਕਦਾ, ਇਹ ਜੋ ਲਿਸਟ ਬਣਾਈ ਹੈ ਇਹ ਚੀਜ਼ਾਂ ਵਿੱਚ, ਠੀਕ ਹੈ, ਰਾਈਟ। ਵੀ ਕਮ ਟੂ ਦਿਸ ਪੁਆਇੰਟ ਐਂਡ ਨਾਓ ਲੈਟਸ ਕਮ ਟੂ ਦ ਡਿਸਿਪਲਿਨ ਥਿੰਗ, ਜੋ ਥੋੜ੍ਹੀ ਜਿਹੀ ਔਖੀ ਆ। ਯੂ ਹੈਵ ਟੂ ਅਲੋਟ ਦ ਟਾਈਮਿੰਗ। 3 ਘੰਟੇ ਕੰਮ ਤੋਂ ਬਾਅਦ ਕਰ ਸਕਦੇ ਹੋ, 4 ਘੰਟੇ ਕਰ ਸਕਦੇ ਹੋ, 2 ਘੰਟੇ, 1 ਘੰਟੇ, ਅੱਧਾ ਘੰਟਾ ਵੀ ਮੈਟਰ ਕਰਦਾ। ਹੁਣ ਤੁਸੀਂ ਸੋਚੋਗੇ ਕਿ ਭਾਈ ਮੈਂ ਅੱਧੇ ਘੰਟੇ 'ਚ ਕੀ ਕਰ ਸਕਦਾ। ਅੱਧੇ ਘੰਟੇ 'ਚ ਤੁਸੀਂ ਬਹਿ ਕੇ ਜਰਨਲਿੰਗ ਕਰ ਸਕਦੇ ਹੋ, ਤੁਸੀਂ ਆਪਦੇ ਆਪ ਨਾਲ ਗੱਲ ਕਰ ਸਕਦੇ ਹੋ, ਤੁਸੀਂ ਆਪਦੇ ਆਪ ਨੂੰ ਮੋਟੀਵੇਟ ਕਰ ਸਕਦੇ ਹੋ ਕਿ ਯਾਰ ਆਪਾਂ ਹੈਗੇ ਆ ਇਸੇ ਟਰੈਕ 'ਤੇ, ਆਪਾਂ ਇਹ ਚੀਜ਼ ਕਰਨੀ ਆ। ਤੁਸੀਂ ਉਹ ਆਪਦੇ ਅੰਦਰ ਦੀ ਜੋ ਫਾਇਰ ਹੈ ਨਾ, ਉਹਨੂੰ ਬਾਲ ਕੇ ਰੱਖ ਸਕਦੇ ਹੋ। ਕਿਉਂਕਿ ਬਹੁਤ ਵਾਰੀ ਕੀ ਹੁੰਦਾ ਕਿ ਆਪਣੇ ਕੋਲ ਥੋੜ੍ਹਾ ਬਹੁਤ ਟਾਈਮ ਹੁੰਦਾ, ਪਰ ਰੀਲਾਂ ਦੇਖ ਕੇ ਟਪਾ ਦਿੰਦੇ ਹਾਂ, ਬਟ ਵੀ ਨੋ ਦੈਟ ਵੀ ਵਾਂਟ ਟੂ ਡੂ ਸਮਥਿੰਗ ਐਂਡ ਸਲੋਲੀ ਦੈਟ ਥਿੰਗ ਫੇਡਸ ਅਵੇ। ਸੋ ਉਹਨੂੰ ਫੇਡ ਆਫ ਹੋਣ ਤੋਂ ਬਚਾ ਸਕਦੇ ਹੋ। ਸੋ ਇੱਕ ਹੁਣ ਟਾਈਮਿੰਗ ਅਲੋਟ ਕਰਨ ਵਾਸਤੇ ਫਿਰ 2 ਟਾਈਪ ਦੇ ਲੋਕ ਹੈ। ਇੱਕ ਹੈਗੇ ਥੋੜ੍ਹੇ ਡਿਸਿਪਲਿਨ ਹੈਗੇ। ਡਿਸਿਪਲਿਨ ਅਗਰ ਤੁਸੀਂ ਹੈਗੇ ਹੋ, ਤੁਸੀਂ ਥੋੜ੍ਹੀ ਬਹੁਤ ਆਪਦੀ ਫਿਜ਼ੀਕਲ ਐਕਟੀਵਿਟੀ ਕਰਦੇ ਹੋ, ਤੁਸੀਂ ਚੰਗਾ ਕੰਟੈਂਟ ਵੀ ਦੇਖਦੇ ਹੋ, ਚੰਗਾ ਖਾ ਪੀ ਵੀ ਲੈਂਦੇ ਹੋ, ਐਂਡ ਤੁਹਾਡਾ ਆਪਦੇ 'ਤੇ ਥੋੜ੍ਹਾ ਕੰਟਰੋਲ ਹੈਗਾ ਚੀਜ਼ਾਂ ਨੂੰ ਲੈ ਕੇ। ਸੋ ਇਟ ਮੀਨਸ ਯੂ ਆਰ ਸੌਰਟ ਆਫ ਡਿਸਿਪਲਿਨ। ਅਗਰ ਤੁਸੀਂ ਡਿਸਿਪਲਿਨ ਹੈਗੇ ਹੋ ਤਾਂ ਫਿਗਰ ਆਊਟ ਕਰੋ ਆਪਦੇ ਦਿਨ 'ਚ ਤੁਸੀਂ 2 ਘੰਟੇ 3 ਘੰਟੇ ਜਿੰਨੇ ਵੀ ਕੱਢ ਸਕਦੇ ਹੋ ਕੱਢੋ। ਐਂਡ ਜਿਹੜੀਆਂ ਪਹਿਲਾਂ ਆਪਾਂ ਚੀਜ਼ਾਂ ਡਿਸਕਸ ਕਰੀਆਂ ਦੈਟ ਯੂ ਹੈਵ ਟੂ ਡੂ ਅ ਰਿਸਰਚ, ਯੂ ਹੈਵ ਟੂ ਸੀ ਕਿਹੜੇ ਸਰਟੀਫਿਕੇਸ਼ਨਸ ਹੈਗੇ, ਕਿਹੜੀਆਂ ਚੀਜ਼ਾਂ, ਯੂ ਹੈਵ ਟੂ ਸਟਾਰਟ ਇਟ ਟੂਡੇ। ਕੰਸੀਡਰ ਯੋਰਸੈਲਫ ਕਿ ਤੁਸੀਂ ਅੱਜ ਤੋਂ ਆਪਦਾ ਉਹ ਡਰੀਮ ਪਰਸਿਊ ਕਰਨਾ ਸਟਾਰਟ ਕਰ ਚੁੱਕੇ ਹੋ। ਪ੍ਰੋਬਲਮ ਇਜ਼ ਆਪਾਂ ਨੂੰ ਲੱਗਦਾ ਕਿ ਇਹ ਜੋ ਜੌਬ ਕਰ ਰਹੇ ਨਾ, ਇਹੀ ਜੌਬ ਮੇਰੀ ਹੈ, ਇਹ ਤਾਂ ਮੈਂ ਪਾਰਟ ਟਾਈਮ ਹਾਲੇ ਸੋਚ ਰਿਹਾ ਇਸ ਚੀਜ਼ 'ਤੇ। ਇਹ ਸੋਚ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰਦੀ ਹੈ। ਸੋ ਲਾਈਕ ਵੈਨ ਆਈ ਵਾਜ਼ ਵਰਕਿੰਗ, ਆਈ ਕੰਸੀਡਰਡ ਮਾਈ ਸੈਲਫ ਅ ਕੰਟੈਂਟ ਕ੍ਰੀਏਟਰ, ਜਾਂ ਉਹ ਜਿਹਨੇ ਪੋਸਟ ਕਰਨਾ। ਮੈਂ ਕੰਮ ਤੇ ਉਹੀ ਜਾ ਰਹੀ ਸੀ, ਮਤਲਬ ਕੰਮ ਤਾਂ ਮੈਂ ਪੈਸਿਆਂ ਲਈ ਕਮਾਉਣ ਲਈ ਜਾ ਰਹੀ ਸੀ। ਆਈ ਵਾਜ਼ ਲਾਈਕ ਆਈ ਐਮ ਵੇਕਿੰਗ ਅਪ ਫॉर ਦਿਸ ਥਿੰਗ, ਇਵਨ ਇਫ ਆਈ ਐਮ ਲਾਈਕ ਡੂਇੰਗ ਫॉर 2 ਆਵਰਸ। ਸੋ ਦਿਸ ਥਿੰਗ ਕੀਪ ਇਨ ਯੋਰ ਹੈਡ ਕਿ ਅਗਰ ਤੁਸੀਂ ਭਾਵੇਂ ਉਹਦੇ 'ਤੇ 2 ਘੰਟੇ 3 ਘੰਟੇ ਲਾ ਰਹੇ ਹੋ, ਬਟ ਤੁਹਾਡੇ ਸਵੇਰੇ ਉੱਠਣ ਦਾ ਮੋਟਿਵ ਉਹੀ ਕੰਮ ਹੋਣਾ ਚਾਹੀਦਾ। ਦਿਸ ਥਿੰਗ ਵੈਨ ਯੂ ਗੋ ਟੂ ਵਰਕ, ਇਟਸ ਫॉर ਅਰਨਿੰਗ ਦ ਮਨੀ, ਬੀ ਗ੍ਰੇਟਫੁਲ ਫॉर ਇਟ। ਐ ਨਹੀਂ ਕਰਨਾ ਹਰ ਕੰਮ 'ਤੇ ਜਾਣਾ ਪੈ ਰਿਹਾ, ਆਹ ਉਹ ਨਹੀਂ। ਉਹ ਜੌਬ ਤੁਹਾਨੂੰ ਪੈਸੇ ਦੇ ਰਹੀ ਆ ਨਾ, ਸੋ ਬੀ ਗ੍ਰੇਟਫੁਲ ਫॉर ਇਟ, ਬਟ ਵੇਕ ਅਪ ਫॉर ਦ ਥਿੰਗ ਵਿਚ ਯੂ ਆਰ ਮੇਡ ਫॉर, ਰਾਈਟ। ਸੋ ਦਿਸ ਇੱਕ ਮਾਈਂਡ ਸ਼ਿਫਟ ਤੁਹਾਨੂੰ ਕਰਨਾ ਪਵੇ। ਮੈਂ ਉੱਠਿਆ ਹੀ ਇਸੇ ਚੀਜ਼ ਦੀਆਂ। ਨਾਓ ਲੈਟਸ ਟਾਕ ਅਬਾਊਟ ਪੀਪਲ ਹੂ ਆਰ ਨਾਟ ਡਿਸਿਪਲਿਨਡ। ਜਿਹੜੇ ਡਿਸਿਪਲਿਨ ਨਹੀਂ ਗੇ, ਇੱਕ ਕੰਮ ਕਰੋ, ਆਪਦੇ ਸਾਹਮਣੇ ਇੱਕ ਚਾਰਟ ਬਣਾਓ ਜਾਂ ਇੱਕ ਚਾਰਟ ਲੈ ਕੇ ਆਓ ਜਿੱਥੇ 1 ਸਾਲ ਦਾ ਕੈਲੰਡਰ ਬਣਿਆ ਪਿਆ ਹੋਵੇ ਇੱਕ ਪੇਜ 'ਤੇ। ਬਿਕਾਜ਼ ਵੈਨ ਵੀ ਥਿੰਕ ਕਿ ਹਾਲੇ ਮੇਰੇ ਕੋਲ 1 ਸਾਲ ਪਿਆ, ਹਾਲੇ ਮੇਰੇ ਕੋਲ 2 ਸਾਲ ਪਏ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਹ ਕਦੋਂ ਲੰਘ ਜਾਣੇ ਆ। ਜਦੋਂ ਜਨਵਰੀ, ਫੈਬ, ਮਾਰਚ, ਅਪ੍ਰੈਲ ਵੀ ਆ ਜਾਊਗਾ ਨਾ, ਉਦੋਂ ਵੀ ਤੁਸੀਂ ਸੋਚਦੇ ਰਹੋਗੇ 1 ਸਾਲ। ਕਿਉਂਕਿ 1 ਸਾਲ ਨੂੰ ਤੁਸੀਂ ਹਰ ਰੋਜ਼ ਐਂ ਦੇਖ ਨਹੀਂ ਸਕਦੇ ਨਾ, ਕੁਆਂਟੀਫਾਈਬਲ ਨਹੀਂ ਗਾ ਨਾ। ਬਸ 1 ਸਾਲ ਹੈਗਾ ਤਾਂ 1 ਸਾਲ ਹੈਗਾ। You will have to see that you have 365 days, and ਅਗਲੇ ਦਿਨ 364, ਅਗਲੇ ਦਿਨ 363। ਇੱਕ ਦਿਨ ਐਂ ਤੁਹਾਡੇ ਕੋਲ 140 ਦਿਨ ਹੋਣਗੇ, ਇਹ ਇੱਕ ਦਿਨ ਤੁਹਾਡੇ ਕੋਲ 100 ਦਿਨ ਹੋਣਗੇ, 50 ਹੋਣਗੇ, 10 ਹੋਣਗੇ। ਸੋ ਦਿਸ ਇਜ਼ ਹਾਊ ਯੂ ਹੈਵ ਟੂ ਡੂ। ਜੇ ਤੁਸੀਂ ਅਨਡਿਸਿਪਲਿਨਡ ਜਾਂ ਜੋ ਵੀ ਉਹਦਾ ਵਰਡ ਹੁੰਦਾ, ਲਾਈਕ ਜੋ ਡਿਸਿਪਲਿਨ ਤੁਹਾਡਾ ਮਰ ਚੁੱਕਿਆ, ਉਹ ਐਂ ਹੀ ਆਊਗਾ ਵੈਨ ਯੂ ਫੀਲ ਦ ਐਂਗਜ਼ਾਈਟੀ ਦੈਟ ਐਵਰੀ ਸਿੰਗਲ ਡੇ ਇਜ਼ ਪਾਸਿੰਗ, every single day is passing for you। ਐਂ ਹੀ ਤੁਹਾਨੂੰ ਯਾਦ ਰਹੂਗਾ। ਇਹ ਡਿਸਿਪਲਿਨ ਨॉन ਡਿਸਿਪਲਿਨ ਵਾਲੇ ਕੋਈ ਵੀ ਟਰਾਈ ਕਰ ਸਕਦੇ। ਸੋ ਦਿਸ ਇਜ਼ ਹਾਊ ਆਈ ਵਰਕ। ਫॉर ਐਗਜ਼ਾਮਪਲ ਹੁਣ ਮੈਂ YouTube ਦੀ ਵੀਡੀਓ ਹਰ ਇੱਕ ਰੋਜ਼ ਸ਼ੂਟ ਕਰ ਰਹੀ ਹਾਂ। ਸੋ ਆਈ ਐਮ ਨਾਟ ਟੇਕਿੰਗ ਇਟ ਐਜ਼ ਐਨ ਈਅਰ। ਮੈਂ ਇਹਨੂੰ ਇੱਕ ਹਫਤਾ ਲੈ ਕੇ ਚੱਲ ਰਹੀ ਕਿ ਇਸ ਹਫਤੇ, ਇਸ 7 ਦਿਨ 'ਚ ਮੈਂ ਕਿੰਨੀ ਵੀਡੀਓਜ਼ ਕਰ ਸਕਦੀ ਹਾਂ। ਯੂ ਡੋਂਟ ਹੈਵ ਟੂ ਥਿੰਕ ਆਫ ਮੇਰੇ ਕੋਲ ਹਾਲੇ 1 ਸਾਲ ਪਿਆ। 1 ਸਾਲ ਪਿਛਲਾ ਸਾਲ ਵੀ ਟੱਪ ਗਿਆ ਸੀ ਨਾ, ਆ ਵੀ ਟੱਪ ਜੂਗਾ, ਐਂ ਹੀ ਸਿਮਿਲਰ ਟੱਪ ਜੂਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਥੋੜ੍ਹੇ ਦਿਨ ਬਾਅਦ ਹੀ ਤੁਸੀਂ ਰੀਲ ਦੇਖ ਰਹੇ ਹੋਗੇ ਕਿ ਇਟਸ ਆਲਰੇਡੀ ਮਾਰਚ, ਵੀ ਹੈਵ ਸਪੈਂਡ 3 ਮੰਥਸ ਆਫ ਦਿਸ ਈਅਰ। ਉਹਦੇ ਤੁਸੀਂ ਹਾ ਲਾਫ ਕਰ ਦੋਗੇ, ਬਸ ਉਸ ਤੋਂ ਬਾਅਦ ਚਲੇ ਜਾਓਗੇ। ਸੋ ਯੂ ਡੋਂਟ ਹੈਵ ਟੂ ਵੇਸਟ ਯੋਰ ਟਾਈਮ, ਰਾਈਟ। ਐਂਡ ਉਹਦੇ 'ਤੇ ਮਾਰਕ ਕਰਨਾ ਸਟਾਰਟ ਕਰੋ। ਅੱਜ ਦਾ ਦਿਨ ਟੱਪ ਗਿਆ, ਅੱਜ ਦਾ ਦਿਨ ਟੱਪ ਗਿਆ, ਟੂ ਟੈਲ ਯੋਰ ਸੈਲਫ ਕਿ ਦਿਨ ਟੱਪ ਰਹੇ ਨੇ, ਰਾਈਟ। ਨਾਓ ਸਭ ਤੋਂ ਇੰਪੋਰਟੈਂਟ ਚੀਜ਼, ਇਹ ਚੀਜ਼ ਤੁਹਾਨੂੰ ਨਾ ਉਹੀ ਬੰਦਾ ਦੱਸ ਸਕਦਾ ਜਿਹਨੇ ਇਹ ਚੀਜ਼ ਐਕਸਪੈਰੀਮੈਂਟ ਆਪ ਕਰਕੇ ਦੇਖੀ। ਐਂਡ ਆਈ ਹੈਵ ਲਿਟਰਲੀ ਐਕਸਪੈਰੀਮੈਂਟਡ ਦਿਸ, ਐਂਡ ਮੈਨੂੰ ਪਤਾ ਲੱਗ ਗਿਆ ਇਹਦੇ ਰਿਜ਼ਲਟਸ ਕਿੰਨੇ ਸਟਰੋਂਗ ਹੁੰਦੇ ਆ। ਯੂ ਹੈਵ ਟੂ ਸੇਵ ਯੋਰ ਐਨਰਜੀ। ਮੈਂ ਜਿੰਨੇ ਵੀ ਲੋਕਾਂ ਨਾਲ ਗੱਲ ਕਰਦੀ ਹਾਂ, ਜਿੰਨੀ ਵੀ ਐਡਵਾਈਸ ਦਿੰਦੀ ਹਾਂ, I tell them the first thing ki stop getting involved in stupid stuff. Don't get into arguments. Don't get into bitching. Don't get into फालतू दी चीज़ां कि gossips कर रही, काम ते चले गए, ठीक है, हा ही कर लिया। देखो काम ते जाओ, ਗੱਲਬਾਤ ਕਰੋ, ਠੀਕ ਆ, ਗੱਲਬਾਤ ਤੱਕ ਰੱਖੋ। ਓਵਰ ਗੌਸਿਪਸ ਦੇ ਵਿੱਚ ਇਨਵੋਲਵ ਨਹੀਂ ਹੋਣਾ। ਕੌਣ ਕਿਹਨੂੰ ਡੇਟ ਕਰ ਰਿਹਾ, ਕੌਣ ਕਿਹਦੇ ਨਾਲ ਜਾ ਰਿਹਾ, ਕਿਹਦਾ ਰਿਲੇਸ਼ਨਸ਼ਿਪ ਹੈਗਾ ਫਿਰ ਵੀ ਉਹਨੂੰ ਚੀਟ ਕਰ ਰਿਹਾ। ਯੂ ਡੋਂਟ ਹੈਵ ਟੂ ਲੁੱਕ ਐਟ ਇਟ। ਤੁਹਾਨੂੰ ਐਨਰਜੀ ਸੇਵ ਕਰਨੀ ਹੈ। ਤੁਹਾਡੇ ਕੋਲ ਆਪਦੇ ਗੋਲ ਪਰਸਿਊ ਕਰਨ ਲਈ ਸਿਰਫ 1-2 ਘੰਟੇ ਹੀ ਹੈਗੇ ਆ। 1-2 ਘੰਟੇ, ਉਹ ਸਿਰਫ 1-2 ਘੰਟੇ ਨਹੀਂ, ਤੁਸੀਂ ਪੂਰੇ ਦਿਨ 'ਚ ਕੀ ਕਰ ਰਹੇ ਹੋ ਇਹ ਡਿਸਾਈਡ ਕਰਦਾ ਕਿ ਉਹ 1-2 ਘੰਟੇ ਤੁਹਾਡੇ ਕਿੰਨੇ ਪ੍ਰੋਡਕਟਿਵ ਹੋਣਗੇ।
ਲੈਟਸ ਸੇ ਤੁਸੀਂ ਡਿਸਾਈਡ ਕੀਤਾ ਅੱਜ ਮੈਂ 3 ਘੰਟੇ 2 ਘੰਟੇ ਆਪਦੇ ਇਸ ਚੀਜ਼ ਤੇ ਕੰਮ ਕਰਨਾ, ਕੰਮ ਤੇ ਗਏ ਤੁਹਾਡੀ ਫालतू ਦੀ ਕਿਸੇ ਚੀਜ਼ ਨਾਲ ਆਰਗੂਮੈਂਟ ਹੋ ਗਈ, ਕਿਸੇ ਨੇ ਕੋਈ ਗੱਲ ਕਹੀ ਸੀ ਤੁਸੀਂ ਕੁਝ ਹੋਰ ਕਹੀ ਸੀ, ਤੁਹਾਡਾ ਨਾਮ ਲਾਤਾ, ਨਹੀਂ ਨਹੀਂ ਇਹਨੇ ਕਿਹਾ ਸੀ ਕਿ ਇਹ ਉਹਨੂੰ ਡੇਟ ਕਰ ਰਿਹਾ, ਤੁਹਾਡੀ ਫालतू ਦਾ ਵਿੱਚ ਨਾਮ ਆ ਗਿਆ, ਤੁਸੀਂ ਉੱਥੇ ਆਰਗੂਮੈਂਟ ਕਰਨ ਲੱਗੋਗੇ ਆਪਦੇ ਬੌਸ ਨਾਲ ਜਾਂ ਜੋ ਵੀ ਹੈਗਾ, ਐਂਡ ਤੁਹਾਡਾ ਪੂਰਾ ਦਿਨ ਸਪੋਇਲ ਹੋਗਾ, ਉਹ 2 ਘੰਟੇ ਕੱਟਣ ਦਾ ਕੋਈ ਫਾਇਦਾ ਹੋਇਆ? ਸੋ ਐਟ ਲਾਈਕ ਫॉर ਦਿਸ ਹੋਲ ਡੇ ਤੁਹਾਨੂੰ ਆਪਦੇ ਮਾਈਂਡ ਨੂੰ ਪੀਸ ਤੇ ਰੱਖਣਾ ਸੋ ਦੈਟ ਤੁਸੀਂ ਸਾਰੀਆਂ ਚੀਜ਼ਾਂ ਕੰਮ ਤੇ ਹੀ ਛੱਡ ਕੇ ਆਓ, ਇਹੋ ਜੀ ਕੋਈ ਚੀਜ਼ ਨਹੀਂ ਕਰਨੀ ਗੀ ਜੋ ਕੰਮ ਤੋਂ ਤੁਹਾਡੇ ਨਾਲ ਆਵੇ। ਯੂ ਡੋਂਟ ਹੈਵ ਟੂ ਬ੍ਰਿੰਗ ਯੋਰ ਵਰਕ ਇਨ ਯੋਰ ਰੂਮ। ਕੰਮ ਤੇ ਕੰਮ ਖਤਮ ਹੋ ਗਿਆ, ਸਾਰੀ ਗੌਸਿਪ, ਸਾਰੀਆਂ ਗੱਲਾਂ, ਸਾਰੇ ਫਰੈਂਡਸ ਉੱਥੇ ਛੱਡ ਤੇ। ਡੋਂਟ ਪਿਕ ਅਪ ਐਨੀਵਨਸ ਫੋਨ, ਕਿਸੇ ਦਾ ਫੋਨ ਚੱਕਣ ਦੀ ਲੋੜ ਨਹੀਂ, ਘਰਦਿਆਂ ਨਾਲ ਚੁੱਪਚਾਪ ਆਪਦੀ ਗੱਲ ਕਰੋ। ਇਫ ਯੂ ਆਰ ਇਨ ਅ ਟਾਕਸਿਕ ਰਿਲੇਸ਼ਨਸ਼ਿਪ, ਗੈਟ ਆਊਟ ਆਫ ਇਟ। ਜੇ ਪਰਸਨ ਤੁਹਾਡਾ ਦਿਮਾਗ ਖਰਾਬ ਕਰ ਰਿਹਾ, ਉਹ ਪਰਸਨ ਨਹੀਂ ਸਮਝ ਰਿਹਾ ਵੀ ਮੈਂ ਆਪਦੇ ਗੋਲਸ ਤੇ ਕੰਮ ਕਰਨਾ, ਇੱਥੇ 2-2 ਜੌਬਸ ਕਰਕੇ ਤੁਹਾਡੀ ਜਾਨ ਨਿਕਲੀ ਪਈ ਹੈ ਐਂਡ ਦੈਟ ਪਰਸਨ ਇਜ਼ ਸੇਇੰਗ ਕਿ ਤੂੰ ਮੇਰੇ ਨਾਲ ਗੱਲ ਨਹੀਂ ਕਰ ਰਿਹਾ, ਤੂੰ ਮੇਰੇ ਨਾਲ ਉਹ ਨਹੀਂ ਕਰ ਰਿਹਾ, ਟੈਲ ਹਰ, ਟੈਲ ਹਿਮ, ਹਾਲੇ ਅਫੋਰਡ ਨਹੀਂ ਕਰ ਸਕਦਾ ਇਹ ਲੜਾਈ, ਮੈਨੂੰ ਕੰਮ ਕਰਨਾ ਹੈਗਾ, ਇਹ ਸਾਲ ਨਿਕਲ ਜੂਗਾ। ਅ ਗੁੱਡ ਰਿਲੇਸ਼ਨਸ਼ਿਪ ਕੈਨ ਐਕਚੁਅਲੀ ਹੈਲਪ ਯੂ ਵਰਕ ਅ ਲੋਟ। ਮੈਂ ਇਹਦੇ ਤੇ ਇੱਕ ਹੋਰ ਸੈਪਰੇਟ ਵੀਡੀਓ ਬਣਾਉਂਗੀ, ਲਾਈਕ ਹਾਊ ਯੂ ਕੈਨ ਹੈਵ ਅ ਵੈਰੀ ਗੁੱਡ ਰਿਲੇਸ਼ਨਸ਼ਿਪ, ਲੈਟ ਮੀ ਨੋ। ਜਾਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਤੁਸੀਂ ਕਿਵੇਂ ਵਧੀਆ ਮੈਨੇਜ ਕਰ ਸਕਦੇ ਹੋ, ਕਿਉਂਕਿ ਪੀਪਲ ਥਿੰਕ ਇਟਸ ਅ ਸਟਰਗਲ, ਬਟ ਇਟਸ ਐਕਚੁਅਲੀ ਨਾਟ ਅ ਸਟਰਗਲ। ਜਾਂ ਡਿਫਿਕਲਟੀਜ਼ ਹੁੰਦੀਆਂ, ਬਟ ਇੱਕ ਚੰਗਾ ਰਿਲੇਸ਼ਨਸ਼ਿਪ ਤੁਹਾਨੂੰ ਅੱਗੇ ਵਧਣ ਤੇ ਹੀ ਹੈਲਪ ਕਰਦਾ। ਬਟ ਇਫ ਯੂ ਥਿੰਕ ਕਿ ਜੋ ਪਰਸਨ ਹੈਗਾ ਉਹ ਕੰਟੀਨਿਊਸਲੀ ਤੁਹਾਡੀ ਲਾਈਫ ਨੂੰ ਮੈਸ ਅਪ ਕਰਦੇ ਜਾ ਰਿਹਾ, ਜੋ 2 ਘੰਟੇ ਤੁਸੀਂ ਕੱਢੇ ਹੁੰਦੇ ਆ ਉਹਨੂੰ ਮਨਾਉਣ ਤੇ ਨਿਕਲ ਜਾ ਰਹੇ, ਉਹਨੂੰ ਕਨਵਿੰਸ ਕਰਨ ਤੇ ਨਿਕਲ ਰਿਹਾ, ਦੈਨ ਇਟਸ ਨਾਟ ਵਰਥ ਇਟ। ਟਾਈਮ ਨਿਕਲ ਜੂਗਾ, ਇਹ ਰਿਲੇਸ਼ਨਸ਼ਿਪ ਤੁਸੀਂ ਅਗਲੇ ਸਾਲ ਨਿਕਲੋਗੇ, ਬਟ 1 ਸਾਲ ਤੁਸੀਂ ਖਰਾਬ ਕਰ ਚੁੱਕੇ ਹੋਵੋਗੇ। ਸੈਕੰਡ ਥਿੰਗ, ਸ਼ਟ ਅਪ ਐਟ ਵਰਕ, ਡੋਂਟ ਸਪੀਕ ਟੂ ਮਚ। ਕਿਸੇ ਨੇ ਕੁਛ ਕਹਿਤਾ, ਚੁੱਪਚਾਪ ਸੁਣ ਕੇ ਆ ਜਾਓ। ਨਾਟ ਅਬਾਊਟ ਯੋਰ ਕਰੈਕਟਰ, ਬਟ ਫालतू ਚੀਜ਼ਾਂ ਜੋ ਤੁਹਾਨੂੰ ਟ੍ਰਿਗਰ ਕਰਦੀਆਂ, ਤੂੰ ਐਵੇਂ ਕਿਉਂ ਕਰਦੀ ਆ, ਤੂੰ ਤਾਂ ਬਹੁਤ ਮੀਨ ਹੈਗੀ, ਓਕੇ ਫਾਈਨ, ਆਈ ਐਮ ਮੀਨ, ਦੈਟਸ ਓਕੇ। ਤੁਹਾਡੇ ਬਾਰੇ ਕੌਣ ਕੀ ਕਹਿ ਰਿਹਾ, ਉਹਨਾਂ ਨੂੰ ਕਹਿਣ ਦਿਓ। ਯੂ ਹੈਵ ਟੂ ਸੇਵ ਯੋਰ ਐਨਰਜੀ। ਇਹ ਪਤਾ ਪੂਰੇ ਦਿਨ ਤੁਹਾਡਾ ਬਹੁਤ ਕੁਝ ਡਿਫਾਈਨ ਕਰਦਾ। ਸੇਵ ਯੋਰ ਐਨਰਜੀ, ਡੋਂਟ ਇਨਵੋਲਵ ਵਿਦ ਪੀਪਲ, ਹੈਵ ਅ ਵੈਰੀ ਵੈਰੀ ਬੋਰਿੰਗ ਲਾਈਫ, have a boring life. One last thing, which this is going to change the game for you. Focus on input. Don't look for output. 2 ਮਹੀਨੇ ਆਪਦੇ ਫਿਕਸ ਕਰ ਲਓ ਕਿ ਮੈਨੂੰ ਫਰਕ ਨਹੀਂ ਪੈਣਾ ਚਾਹੀਦਾ ਕੀ ਰਿਜ਼ਲਟ ਆ ਰਿਹਾ ਕੀ ਨਹੀਂ ਆ ਰਿਹਾ। ਮੈਂ ਅੱਖਾਂ ਬੰਦ ਕਰਕੇ ਬਟ ਦਿਮਾਗ ਖੋਲ ਕੇ ਕੰਮ ਕਰਨਾ, ਬਟ ਮੈਂ ਸਿਰਫ ਇਨਪੁਟ ਤੇ ਫੋਕਸ ਕਰਨਾ ਕਿ ਮੈਂ ਕਿੰਨੇ ਐਫਰਟ ਪਾਏ। ਸ਼ਾਮ ਨੂੰ ਸੌਣ ਤੋਂ ਪਹਿਲਾਂ ਆਪਦੇ ਆਪ ਨੂੰ ਜਵਾਬ ਦੇਣ ਲਾਇਕ ਰਹੋ ਕਿ ਯਾਰ ਅੱਜ ਮੈਂ ਇਹ ਕੰਮ ਕੀਤਾ, ਆਪਦਾ ਇਹ ਸਾਰੀ ਚੀਜ਼ਾਂ ਮੈਂ ਕਰ ਲਈਆਂ, ਮੈਨੂੰ ਇੰਨਾ ਪੜ੍ਹਨਾ ਸੀਗਾ, ਮੈਨੂੰ ਇੰਨੀ ਰਿਸਰਚ ਕਰਨੀ ਸੀ, ਮੈਂ ਇਹ ਚੀਜ਼ਾਂ ਕਰਨੀਆਂ, ਮੈਂ ਕਰੀਆਂ। ਆਊਟਪੁੱਟ ਕੀ ਆ ਰਿਹਾ ਨਹੀਂ ਆ ਰਿਹਾ ਤੁਸੀਂ ਕੁਛ ਵੀ ਨਹੀਂ ਸੋਚਣਾ, ਕੁਛ ਵੀ ਨਹੀਂ ਸੋਚਣਾ। ਸੋ ਇਹ ਮੇਜਰ ਚੀਜ਼ਾਂ ਹੈਗੀਆਂ ਜੋ ਤੁਹਾਨੂੰ ਕੰਸੀਡਰ ਕਰਕੇ ਚੱਲਣੀਆਂ। ਆਈ ਰੀਲੀ ਹੋਪ ਕਿ ਇਹ ਵੀਡੀਓ ਨੇ ਤੁਹਾਡੀ ਥੋੜੀ ਹੈਲਪ ਕਰੀ ਹੋਊਗੀ। ਐਂਡ ਆਹੀ ਮੇਜਰ ਚੀਜ਼ਾਂ ਹੈਗੀਆਂ। ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਕਿ ਜੇ ਤੁਹਾਨੂੰ ਇਹਦੇ 'ਚ ਹੋਰ ਸਵਾਲ ਹੈਗੇ। ਆਈਦਰ ਯੂ ਕੈਨ ਆਪਟ ਫॉर 1-on-1 ਸੈਸ਼ਨ ਐਜ਼ ਵੈਲ, ਆਈ ਡੂ ਦੈਟ, ਐਂਡ ਜਿੱਥੇ ਆਪਾਂ ਪਰਸਨਲੀ ਬਹਿ ਕੇ ਡਿਸਕਸ ਕਰ ਸਕਦੇ, ਇੱਕ ਪਰਸਨਲ ਪਲਾਨ ਬਣਾ ਸਕਦੇ ਹਾਂ ਕਿ ਓਕੇ ਦਿਸ ਇਜ਼ ਯੋਰ ਪ੍ਰੋਬਲਮ ਐਂਡ ਦਿਸ ਇਜ਼ ਹਾਊ ਯੂ ਸ਼ੁਡ ਡੂ ਇਟ। ਸੋ ਲੈਟ ਮੀ ਨੋ ਇਫ ਯੂ ਵਾਂਟ ਟੂ ਡੂ ਦੈਟ। ਆਈ ਐਮ ਅਟੈਚਿੰਗ ਦ ਲਿੰਕ ਇਨ ਡਿਸਕ੍ਰਿਪਸ਼ਨ ਐਂਡ ਪਲੀਜ਼ ਸਬਸਕ੍ਰਾਈਬ ਟੂ ਦ ਚੈਨਲ, ਪਲੀਜ਼ ਸਬਸਕ੍ਰਾਈਬ ਟੂ ਦ ਚੈਨਲ। ਆਪਾਂ 10K ਪਹੁੰਚਣ ਵਾਲੇ ਹੈਗੇ ਆ। ਆਈ ਥਿੰਕ ਇਹ ਵੀਡੀਓ ਹਲੇ ਟਾਈਮ ਬਾਅਦ ਆਊਗੀ। ਮੈਂ ਨਿਊ ਈਅਰ ਤੋਂ ਪਹਿਲਾਂ ਹੀ ਵੀਡੀਓ ਨੂੰ ਰਿਕਾਰਡ ਕਰ ਰਹੀ ਹਾਂ, ਦੇਖੋ ਹੁਣ ਕਦੋਂ ਆਉਂਦੀ ਆ। ਸੋ ਪਲੀਜ਼ 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 ਵਾਚ ਗੁੱਡ ਕੰਟੈਂਟ, ਚੰਗੀਆਂ ਚੀਜ਼ਾਂ ਕਰੋ, ਚੰਗੀਆਂ ਚੀਜ਼ਾਂ ਸੋਚੋ। ਆਪਦੇ ਆਪ ਦੇ ਜੋ ਤੁਸੀਂ ਨੈਰੇਟਿਵ ਬਣਾ ਕੇ ਬੈਠੇ ਹੋ ਨਾ ਕਿ ਪਤਾ ਨਹੀਂ ਮੈਂ ਸਹੀ ਕਰ ਰਿਹਾ ਕਿ ਨਹੀਂ, ਪਤਾ ਨਹੀਂ ਮੈਂ ਆ ਕਰ ਰਿਹਾ ਕਿ ਨਹੀਂ, ਡੋਂਟ ਗੈਟ ਇਨਟੂ ਇਟ। ਤੁਹਾਡਾ ਛੋਟਾ ਜਿਹਾ ਦਿਮਾਗ ਆ, ਤੁਸੀਂ ਬਹੁਤ ਫालतू ਪੋਸੀਬਿਲਿਟੀ ਸੋਚ ਕੇ ਬੈਠੇ ਹੋ। ਮੈਂ ਵੀ ਐਂ ਹੀ ਕਰਦੀ ਹੁੰਦੀ ਸੀ, ਬਟ ਦ ਥਿੰਕ ਇਜ਼ ਤੁਸੀਂ ਆਪਦੇ ਮਾਈਂਡ ਨੂੰ ਜਦੋਂ ਆਜ਼ਾਦੀ ਦੇ ਦੋਗੇ ਨਾ ਕਿ ਮੈਂ ਚੰਗੀਆਂ ਚੀਜ਼ਾਂ ਕਰ ਸਕਦਾ, ਮੈਂ ਚੰਗੀਆਂ ਚੀਜ਼ਾਂ ਲਈ ਬਣੀ ਆ, a lot is going to change. When you change the conversation of yours about you, ਸਭ ਕੁਝ ਚੇਂਜ ਹੋ ਜਾਂਦਾ। ਆਪਦੇ ਆਪ ਨਾਲ ਬਹਿ ਕੇ ਚੰਗੀਆਂ ਬਾਤਾਂ ਕਰੋ। 10 ਮਿੰਟ ਵੀ ਮਿਲਦੇ ਆ ਨਾ ਆਪਦੇ ਕਰੀਅਰ ਪਰਸਿਊ ਕਰਨ ਨੂੰ, ਮੈਡੀਟੇਸ਼ਨ ਕਰੋ, ਜਰਨਲਿੰਗ ਕਰੋ, ਆਪਦੇ ਬਾਰੇ ਚੰਗਾ ਲਿਖੋ, ਸ਼ੁਕਰਾਨਾ ਕਰੋ। ਇਹ ਸਿੰਪਲ ਚੀਜ਼ਾਂ ਵੀ ਤੁਹਾਨੂੰ ਤੁਹਾਡੇ ਗੋਲ ਦੇ ਨੇੜੇ ਲੈ ਕੇ ਜਾਂਦੀਆਂ, ਤੁਸੀਂ ਰਿਅਲਾਈਜ਼ ਨਹੀਂ ਕਰਦੇ ਬਟ ਲੈ ਕੇ ਜਾਂਦੀਆਂ। ਸੋ ਟੇਕ ਕੇਅਰ ਆਫ ਯੋਰਸੈਲਫ ਐਂਡ ਪਲੀਜ਼ ਸਬਸਕ੍ਰਾਈਬ ਬਟਨ ਤੇ ਕਲਿੱਕ ਕਰ ਦਿਓ ਪਲੀਜ਼, ਐਂਡ ਲਾਈਕ ਕਰ ਦਿਓ ਜਾਂ ਕਮੈਂਟ ਵਿੱਚ ਕੁਛ ਵੀ ਲਿਖ ਦਿਓ, ਓਕੇ ਫਾਈਨ ਗੁੱਡ ਵਗੈਰਾ ਕੁਛ ਵੀ ਜੋ ਫੀਡਬੈਕ ਦੇਣਾ ਪਲੀਜ਼ ਦੇ ਦਿਓ। ਐਲਗੋਰਿਦਮ ਐਨੀ ਪੁਸ਼ ਕਰਦੀ ਆ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓਜ਼। ਬਾਏ ਬਾਏ।